ਓਮ ਸ਼ਾਂਤੀ। ਅੱਜ ਬਾਬਾ ਦੇ 17/11/2020 ਦੇ ਮਹਾਵਚਨ। ਬਾਬਾ ਨੇ ਅੱਜ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਬਾਪ ਆਏ ਹਨ ਨਿਰਵਿਕਾਰੀ ਦੁਨੀਆ ਬਣਾਉਣ ਦੇ ਲਈ, ਤੁਹਾਡੇ ਚਰਿੱਤਰ ਸੁਧਾਰਨ ਦੇ ਲਈ। ਤੁਸੀਂ ਭਾਈ ਹੋ ਤਾਂ ਤੁਹਾਡੀ ਦ੍ਰਿਸ਼ਟੀ ਬਹੁਤ ਸ਼ੁੱਧ ਹੋਣੀ ਚਾਹੀਦੀ ਹੈ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਤੁਸੀਂ ਬੱਚੇ ਬੇਫਿਕਰ ਬਾਦਸ਼ਾਹ ਹੋ, ਫਿਰ ਵੀ ਤੁਹਾਨੂੰ ਇੱਕ ਮੂਲ ਫਿਕਰ, ਖਾਸ ਫਿਕਰ ਜ਼ਰੂਰ ਹੋਣੀ ਚਾਹੀਦੀ ਹੈ। ਉਹ ਕਿਹੜੀ? ਉੱਤਰ ਵਿੱਚ ਬਾਬਾ ਨੇ ਕਿਹਾ, ਅਸੀਂ ਪਤਿਤ ਤੋਂ ਪਾਵਨ ਕਿਵੇਂ ਬਣੀਏ, ਇਹ ਹੈ ਮੂਲ ਫਿਕਰ। ਏਦਾਂ ਨਾ ਹੋਵੇ ਕਿ ਬਾਪ ਦਾ ਬਣ ਕੇ ਫਿਰ ਬਾਬਾ ਦੇ ਅੱਗੇ ਹੀ ਸਜ਼ਾ ਖਾਣੀਆਂ ਪੈਣ। ਸਜ਼ਾਵਾਂ ਤੋਂ ਛੁੱਟਣ ਦੀ ਫਿਕਰਾਤ ਰਹੇ, ਨਹੀਂ ਤਾਂ ਉਸ ਸਮੇਂ ਬਹੁਤ ਲੱਜਾ ਆਏਗੀ, ਸ਼ਰਮ ਆਏਗੀ। ਬਾਕੀ ਤੁਸੀਂ ਬੇਪਰਵਾਹ ਬਾਦਸ਼ਾਹ ਹੋ, ਸਾਰਿਆਂ ਨੂੰ ਬਾਪ ਦਾ ਸੁਨੇਹਾ ਦੇਣਾ ਹੈ। ਕੋਈ ਸਮਝਦਾ ਹੈ ਤਾਂ ਬੇਹੱਦ ਦਾ ਮਾਲਿਕ ਬਣਦਾ, ਨਹੀਂ ਸਮਝਦਾ ਤਾਂ ਉਸ ਦੀ ਤਕਦੀਰ। ਤੁਸੀਂ ਪਰਵਾਹ ਨਹੀਂ ਕਰਨੀ ਹੈ। ਓਮ ਸ਼ਾਂਤੀ। ਰੂਹਾਨੀ ਬਾਪ, ਜਿਸ ਦਾ ਨਾਮ ਸ਼ਿਵ ਹੈ, ਉਹ ਬੈਠ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਨ। ਰੂਹਾਨੀ ਬਾਪ ਸਾਰਿਆਂ ਦਾ ਇੱਕ ਹੀ ਹੈ। ਪਹਿਲਾਂ ਇਹ ਗੱਲ ਸਮਝਾਉਣੀ ਹੈ, ਤਾਂ ਫਿਰ ਅੱਗੇ ਸਮਝਣਾ ਸਹਿਜ ਹੋ ਜਾਵੇਗਾ। ਜੇ ਬਾਬਾ ਦਾ ਪਰਿਚੈ ਨਹੀਂ ਮਿਲਿਆ ਹੋਵੇਗਾ ਤਾਂ ਪ੍ਰਸ਼ਨ ਹੀ ਕਰਦੇ ਰਹਿਣਗੇ। ਪਹਿਲਾਂ ਤਾਂ ਇਹ ਨਿਸ਼ਚੈ ਕਰਾਉਣਾ ਹੈ। ਸਾਰੀ ਦੁਨੀਆ ਨੂੰ ਇਹ ਪਤਾ ਨਹੀਂ ਹੈ ਕਿ ਗੀਤਾ ਦਾ ਭਗਵਾਨ ਕੌਣ ਹੈ। ਉਹ ਸ੍ਰੀ ਕ੍ਰਿਸ਼ਨ ਦੇ ਲਈ ਕਹਿ ਦਿੰਦੇ। ਅਸੀਂ ਕਹਿੰਦੇ ਹਾਂ ਪਰਮ ਪਿਤਾ ਪਰਮਾਤਮਾ ਸ਼ਿਵ ਗੀਤਾ ਦਾ ਭਗਵਾਨ ਹੈ। ਉਹੀ ਗਿਆਨ ਦਾ ਸਾਗਰ ਹੈ। ਮੁੱਖ ਹੈ ਸਰਵ ਸ਼ਾਸਤਰਮਈ ਸ਼ਿਰੋਮਣੀ ਸ਼੍ਰੀਮਦ ਭਗਵਤ ਗੀਤਾ। ਭਗਵਾਨ ਦੇ ਲਈ ਵੀ ਕਹਿੰਦੇ ਹਨ, ਹੇ ਪ੍ਰਭੂ, ਤੇਰੀ ਗਤਮਤ ਨਿਆਰੀ ਹੈ। ਸ੍ਰੀ ਕ੍ਰਿਸ਼ਨ ਦੇ ਲਈ ਏਦਾਂ ਨਹੀਂ ਕਹਿਣਗੇ। ਬਾਬਾ ਜੋ ਸੱਚ ਸੁਣਾਉਂਦੇ ਹਨ ਤਾਂ ਜ਼ਰੂਰ ਸੱਚ ਹੀ ਸੁਣਾਓਗੇ ਨਾ। ਦੁਨੀਆ ਪਹਿਲਾਂ ਨਵੀਂ ਸਤੋ ਪ੍ਰਧਾਨ ਸੀ, ਹੁਣ ਦੁਨੀਆ ਪੁਰਾਣੀ ਤਮੋ ਪ੍ਰਧਾਨ ਹੈ। ਦੁਨੀਆ ਨੂੰ ਬਦਲਣ ਵਾਲਾ ਇੱਕ ਹੀ ਬਾਪ ਹੈ। ਬਾਬਾ ਨੇ ਕਿਹਾ ਕਿ ਬਾਪ ਕਿਵੇਂ ਬਦਲਦੇ ਹਨ, ਉਹ ਵੀ ਸਮਝਾਉਣਾ ਚਾਹੀਦਾ ਹੈ। ਆਤਮਾ ਜਦੋਂ ਸਤੋ ਪ੍ਰਧਾਨ ਬਣੀ, ਫਿਰ ਦੁਨੀਆ ਵੀ ਸਤੋ ਪ੍ਰਧਾਨ ਸਥਾਪਨ ਹੋ ਜਾਵੇ। ਪਹਿਲਾਂ ਤੁਹਾਨੂੰ ਬੱਚਿਆਂ ਨੂੰ ਅੰਤਰਮੁਖ ਹੋਣਾ ਚਾਹੀਦਾ ਹੈ। ਜ਼ਿਆਦਾ ਤਿਕ ਨਹੀਂ ਕਰਨੀ ਹੈ। ਮਾਨਾ ਜ਼ਿਆਦਾ ਬੋਲਣਾ, ਜ਼ਿਆਦਾ ਵਿਸਤਾਰ ਵਿੱਚ ਜਾਣਾ, ਤਾਂ ਬਾਬਾ ਕਹਿ ਰਹੇ ਜ਼ਿਆਦਾ ਤਿਕ ਨਹੀਂ ਕਰਨੀ ਹੈ। ਅੰਦਰ ਆਉਂਦੇ ਹਨ ਤਾਂ ਬਹੁਤ ਚਿੱਤਰ ਦੇਖ ਕੇ ਪੁੱਛਦੇ ਰਹਿੰਦੇ। ਪਹਿਲਾਂ ਸਮਝਾਉਣੀ ਹੀ ਇੱਕ ਗੱਲ ਚਾਹੀਦੀ ਹੈ। ਜ਼ਿਆਦਾ ਪੁੱਛਣ ਦੀ ਮਾਰਜਨ ਹੀ ਨਾ ਮਿਲੇ। ਬੋਲੋ, ਪਹਿਲਾਂ ਤਾਂ ਇੱਕ ਗੱਲ ਤੇ ਨਿਸ਼ਚੈ ਕਰੋ ਕਿ ਅੱਗੇ ਸਮਝਾਈਏ। ਫਿਰ ਬਾਬਾ ਕਹਿੰਦੇ ਪਹਿਲਾਂ ਬਾਪ ਤੇ ਨਿਸ਼ਚੈ ਕਰਾਓ, ਫਿਰ ਅੱਗੇ ਸਮਝਾਈਏ। ਤੁਸੀਂ 84 ਜਨਮਾਂ ਦੇ ਚੱਕਰ ਤੇ ਲੈ ਜਾ ਸਕਦੇ ਹੋ। ਬਾਅਦ ਚ ਪਹਿਲਾਂ ਸ਼ਿਵ ਬਾਬਾ ਦਾ ਪਰਿਚੈ ਦੇਣਾ ਹੈ। ਬਾਪ ਕਹਿੰਦੇ ਹਨ, ਮੈਂ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ। ਇਸ ਨੂੰ ਹੀ ਬਾਪ ਕਹਿੰਦੇ ਹਨ, ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ। ਬ੍ਰਹਮਾ ਬਾਬਾ ਨੂੰ ਵੀ ਸ਼ਿਵ ਬਾਬਾ ਨੇ ਦੱਸਿਆ ਕਿ ਬ੍ਰਹਮਾ ਬਾਬਾ ਵੀ ਆਪਣੇ ਜਨਮਾਂ ਨੂੰ ਨਹੀਂ ਜਾਣਦੇ। ਬਾਪ ਤੁਹਾਨੂੰ ਪ੍ਰਜਾਪਿਤਾ ਬ੍ਰਹਮਾ ਦੁਆਰਾ ਹੀ ਸਮਝਾਉਂਦੇ ਹਨ। ਪਹਿਲਾਂ ਅਲਫ ਤੇ ਹੀ ਸਮਝਾਉਂਦੇ ਹਨ। ਅਲਫ ਸਮਝਣ ਨਾਲ ਫਿਰ ਕੋਈ ਸ਼ੰਕਾ ਪੈਦਾ ਨਹੀਂ ਹੋਵੇਗੀ। ਬੋਲੋ,
ਬਾਬਾ ਸੱਚਾ ਗਿਆਨ ਸੁਣਾਉਂਦੇ ਹਨ, ਉਹ ਕੋਈ ਅਸਤ ਨਹੀਂ ਸੁਣਾਉਂਦੇ। ਬੇਹੱਦ ਦਾ ਬਾਪ ਰਾਜਯੋਗ ਸਿਖਾਉਂਦੇ ਹਨ। ਸ਼ਿਵਰਾਤਰੀ ਵੀ ਗਾਈ ਜਾਂਦੀ ਹੈ ਨਾ, ਤਾਂ ਜ਼ਰੂਰ ਸ਼ਿਵ ਇੱਥੇ ਆਏ ਹੋਣਗੇ ਨਾ। ਜਿਵੇਂ ਸ੍ਰੀ ਕ੍ਰਿਸ਼ਨ ਜਯੰਤੀ ਵੀ ਇੱਥੇ ਮਨਾਉਂਦੇ ਹਨ। ਕਹਿੰਦੇ ਵੀ ਹਨ ਕਿ ਮੈਂ ਬ੍ਰਹਮਾ ਦੁਆਰਾ ਸਥਾਪਨਾ ਕਰਦਾ ਹਾਂ। ਉਸ ਇੱਕ ਹੀ ਨਿਰਾਕਾਰ ਬਾਪ ਦੇ ਸਾਰੇ ਬੱਚੇ ਹਨ। ਤੁਸੀਂ ਵੀ ਉਸ ਦੀ ਔਲਾਦ ਹੋ। ਫਿਰ ਪ੍ਰਜਾਪਿਤਾ ਬ੍ਰਹਮਾ ਦੀ ਵੀ ਔਲਾਦ ਹੋ। ਪ੍ਰਜਾਪਿਤਾ ਬ੍ਰਹਮਾ ਦੁਆਰਾ ਸਥਾਪਨਾ ਕੀਤੀ ਤਾਂ ਜ਼ਰੂਰ ਬ੍ਰਾਹਮਣ ਬ੍ਰਾਹਮਣੀਆਂ ਹੋਣਗੇ। ਭੈਣ ਭਾਈ ਹੋ ਗਏ, ਇਸ ਵਿੱਚ ਪਵਿੱਤਰਤਾ ਰਹਿੰਦੀ ਹੈ। ਗ੍ਰਸਤ ਵਿਵਹਾਰ ਦੇ ਵਿੱਚ ਰਹਿੰਦੇ ਹੋਏ ਵੀ ਪਵਿੱਤਰ ਰਹਿਣ ਲਈ ਇਹ ਬਹੁਤ ਜ਼ਬਰਦਸਤ ਭੀਤੀ ਹੈ। ਬਾਬਾ ਨੇ ਅੱਗੇ ਕਿਹਾ ਕਿ ਭੈਣ ਭਾਈ ਹੋ ਤਾਂ ਕਦੇ ਵੀ ਵਿਕਾਰੀ ਦ੍ਰਿਸ਼ਟੀ ਹੋਣੀ ਨਹੀਂ ਚਾਹੀਦੀ। 21 ਜਨਮਾਂ ਲਈ ਦ੍ਰਿਸ਼ਟੀ ਸੁਧਰ ਜਾਂਦੀ ਹੈ। ਬਾਬਾ ਹੀ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ ਨਾ, ਚਰਿੱਤਰ ਸੁਧਾਰਦੇ ਹਨ। ਹੁਣ ਸਾਰੀ ਦੁਨੀਆ ਦੇ ਚਰਿੱਤਰ ਸੁਧਰਨੇ ਹਨ। ਜੋ ਚਾਲ ਚਲਨ ਹੈ, ਚਰਿੱਤਰ ਹੈ, ਸਾਰੀ ਦੁਨੀਆ ਦਾ ਸੁਧਰੇਗਾ। ਇਸ ਪੁਰਾਣੀ ਦੁਨੀਆ, ਪਤਿਤ ਦੁਨੀਆ ਵਿੱਚ ਕੋਈ ਚਰਿੱਤਰ ਰਿਹਾ ਹੀ ਨਹੀਂ। ਸਭ ਦੇ ਵਿੱਚ ਵਿਕਾਰ ਹਨ। ਤਾਂ ਇਹ ਹੈ ਪਤਿਤ ਵਿਕਾਰੀ ਦੁਨੀਆ। ਫਿਰ ਨਿਰਵਿਕਾਰੀ ਦੁਨੀਆ ਕਿਵੇਂ ਬਣੇਗੀ? ਸਿਵਾਏ ਇੱਕ ਬਾਬਾ ਦੇ ਕੋਈ ਬਣਾ ਨਹੀਂ ਸਕਦਾ। ਹੁਣ ਬਾਬਾ ਪਵਿੱਤਰ ਬਣਾ ਰਹੇ ਹਨ। ਤਾਂ ਇਹ ਸਾਰੀਆਂ ਹਨ ਗੁਪਤ ਗੱਲਾਂ। ਅਸੀਂ ਆਤਮਾ ਹਾਂ। ਆਤਮਾ ਨੂੰ ਪਰਮਾਤਮਾ ਬਾਪ ਨਾਲ ਮਿਲਣਾ ਹੈ। ਸਾਰੇ ਪੁਰਸ਼ਾਰਥ ਕਰਦੇ ਵੀ ਹਨ ਕਿ ਭਗਵਾਨ ਨਾਲ ਮਿਲ ਜਾਈਏ। ਭਗਵਾਨ ਤਾਂ ਇੱਕ ਹੀ ਨਿਰਾਕਾਰ ਹੈ ਨਾ। ਲਿਬਰੇਟਰ, ਗਾਈਡ ਵੀ ਪਰਮਾਤਮਾ ਨੂੰ ਕਿਹਾ ਜਾਂਦਾ ਹੈ। ਦੂਜੇ ਧਰਮ ਵਾਲੇ ਕੋਈ ਨੂੰ ਵੀ ਲਿਬਰੇਟਰ ਜਾਂ ਗਾਈਡ ਨਹੀਂ ਕਹਾਂਗੇ। ਬਾਬਾ ਨੇ ਕਿਹਾ ਪਰਮ ਪਿਤਾ ਪਰਮਾਤਮਾ ਹੀ ਲਿਬਰੇਟ ਕਰਦੇ ਹਨ, ਅਰਥਾਤ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਾਉਂਦੇ ਹਨ। ਗਾਈਡ ਵੀ ਕਰਦੇ ਹਨ। ਤਾਂ ਪਹਿਲਾਂ ਇੱਕ ਹੀ ਗੱਲ ਬੁੱਧੀ ਵਿੱਚ ਬਿਠਾਓ। ਜੇ ਨਾ ਸਮਝਣ ਤਾਂ ਛੱਡ ਦੇਣਾ ਚਾਹੀਦਾ ਹੈ। ਅਲਫ ਨੂੰ ਨਹੀਂ ਸਮਝਿਆ ਤਾਂ ਬੇ ਤੋਂ ਕੀ ਫਾਇਦਾ ਹੋਵੇਗਾ? ਬੇਸ਼ੱਕ ਚਲੇ ਜਾਣ, ਤੁਸੀਂ ਮੂੰਝੋ ਨਹੀਂ। ਮਾਨਾ ਉਲਝਣ ਤਾਣੀ ਦੇ ਵਿੱਚ ਬਾਬਾ ਕਹਿੰਦੇ ਨਹੀਂ ਪਵੋ। ਤੁਸੀਂ ਬੇਪਰਵਾਹ ਬਾਦਸ਼ਾਹ ਹੋ ਨਾ। ਆਸੁਰਾਂ ਦੇ ਵਿਘਨ ਤਾਂ ਪੈਣੇ ਹੀ ਹਨ। ਤਾਂ ਇਹ ਹੈ ਰੁਦਰ ਗਿਆਨ ਯੱਗ। ਤਾਂ ਪਹਿਲਾਂ ਬਾਪ ਦੀ ਪਛਾਣ ਦੇਣੀ ਹੈ। ਬਾਪ ਕਹਿੰਦੇ ਹਨ ਮਨ ਮਨਾ ਭਵ। ਜਿੰਨਾ ਪੁਰਸ਼ਾਰਥ ਕਰੋਗੇ ਉਸ ਅਨੁਸਾਰ ਹੀ ਪਦ ਮਿਲੇਗਾ। ਇਹ ਸਾਰੀਆਂ ਪੁਆਇੰਟਸ ਬੁੱਧੀ ਵਿੱਚ ਚੰਗੀ ਤਰ੍ਹਾਂ ਧਾਰਨ ਕਰਨੀਆਂ ਹਨ। ਅਗਲੇ ਪੁਆਇੰਟ ਵਿੱਚ ਬਾਬਾ ਕਹਿ ਰਹੇ ਬੱਚੇ, ਇੱਕ ਗੱਲ, ਅਲਫ ਤੇ ਕਿਸੇ ਨੂੰ ਨਿਸ਼ਚੈ ਕਰਾਉਂਦੇ ਨਹੀਂ ਹੋ। ਬਾਬਾ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਅਲਫ ਤੇ ਕਿਸੇ ਨੂੰ ਨਿਸ਼ਚੈ ਕਰਾਉਂਦੇ ਨਹੀਂ ਹੋ। ਹੋਰ ਗੱਲਾਂ ਵਿੱਚ ਬੱਚੇ ਚਲੇ ਜਾਂਦੇ ਹਨ, ਕਿਉਂਕਿ ਕਹਿੰਦੇ ਕਿ ਗਲਾ ਹੀ ਖਰਾਬ ਹੋ ਗਿਆ। ਤਾਂ ਪਹਿਲਾਂ ਬਾਪ ਦੀ ਪਛਾਣ ਦੇਣੀ ਹੈ। ਤੁਸੀਂ ਹੋਰ ਗੱਲਾਂ ਵਿੱਚ ਜਾਓ ਹੀ ਨਹੀਂ। ਬੋਲੋ ਬਾਬਾ ਤਾਂ ਸੱਚ ਬੋਲਦੇ ਹਨ ਨਾ। ਅਸੀਂ ਬੀਕੇ ਨੂੰ ਸ਼ਿਵ ਬਾਬਾ ਹੀ ਸੁਣਾਉਂਦੇ ਹਨ। ਤਾਂ ਇਹ ਚਿੱਤਰ ਸਾਰੇ ਉਹਨਾਂ ਨੇ ਬਣਵਾਏ ਹਨ। ਇਸ ਵਿੱਚ ਸ਼ੰਕਾ ਨਹੀਂ ਲਿਆਉਣੀ ਚਾਹੀਦੀ। ਸੰਸ਼ਯ ਬੁੱਧੀ ਵਿਨੈ ਸ਼ੰਤੀ। ਜੋ ਸ਼ੰਕਾ ਵਾਲਿਆ ਬਾਬਾ ਕਹਿੰਦੇ ਉਹ ਵਿਨਾਸ਼ ਨੂੰ ਪਾਉਂਦੇ। ਪਰੰਤੂ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਹੋਰ ਕੋਈ ਉਪਾਏ ਹੀ ਨਹੀਂ ਹੈ। ਪਤਿਤ ਪਾਵਨ ਤਾਂ ਇੱਕ ਹੀ ਹੈ ਨਾ। ਬਾਪ ਕਹਿੰਦੇ ਹਨ ਦੇਹ ਸਹਿਤ ਸਾਰੇ ਸੰਬੰਧ ਛੱਡ ਮਾਮੇਕਮ ਯਾਦ ਕਰੋ। ਮਾਮ ਏਕਮ ਮਾਨਾ ਮੈਨੂੰ ਇੱਕ ਨੂੰ ਯਾਦ ਕਰੋ। ਕਨੈਕਸ਼ਨ ਵੀ ਦੱਸਦੇ ਹਨ। ਬਾਬਾ ਤੁਹਾਨੂੰ ਬ੍ਰਾਹਮਣਾਂ ਨੂੰ ਰਾਜਯੋਗ ਸਿਖਾਉਂਦੇ ਹਨ ਤਾਂ ਤੁਸੀਂ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹੋ। ਫਿਰ ਤੁਸੀਂ ਹੀ 84 ਜਨਮ ਲੈ ਕੇ ਅੰਤ ਵਿੱਚ ਸ਼ੂਦਰ ਬਣਦੇ ਹੋ।
ਤਾਂ ਬਾਬਾ ਆ ਕੇ ਸ਼ੂਦਰ ਤੋਂ ਬ੍ਰਾਹਮਣ ਬਣਾਉਂਦੇ ਹਨ, ਏਦਾਂ ਹੋਰ ਕੋਈ ਦੱਸ ਨਾ ਸਕੇ। ਅੱਜ ਬਾਬਾ ਬਾਰ-ਬਾਰ ਕਹਿ ਰਹੇ ਹਨ ਕਿ ਪਹਿਲੀ ਗੱਲ ਹੈ ਬਾਬਾ ਦੀ ਪਛਾਣ ਦੇਣਾ। ਮਨੁੱਖਾਂ ਵਿੱਚ ਸਭ ਦੀ ਨਬਜ਼ ਦੇਖਣੀ ਹੈ। ਕੁਝ ਸਮਝਦਾ ਹੈ ਜਾਂ ਤਵਾਈ ਹੋ ਕੇ ਦੇਖਦਾ ਹੈ। ਤਵਾਈ ਮਾਨਾ ਜਿਵੇਂ ਗਰਮ ਤਵੇ ਦੇ ਉੱਤੇ ਠੰਡੇ ਪਾਣੀ ਦੇ ਛਿੱਟੇ ਪਾ ਦਈਏ ਤਾਂ ਉਹ ਛਣ ਕਰਕੇ ਖਤਮ ਹੋ ਜਾਂਦੇ ਆ। ਤਾਂ ਬਾਬਾ ਕਹਿੰਦੇ ਕਿ ਤੇ ਤਵਾਈ ਤਾਂ ਨਹੀਂ, ਅਗਰ ਤਵਾਈ ਹੈ ਤਾਂ ਫਿਰ ਛੱਡ ਦੇਣਾ ਚਾਹੀਦਾ ਹੈ। ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ। ਚਾਤਰਕ ਪਾਤਰ ਨੂੰ ਪਰਖਣ ਦੀ ਬੁੱਧੀ ਚਾਹੀਦੀ ਹੈ। ਜੋ ਸਮਝਣ ਵਾਲਾ ਹੋਵੇਗਾ ਉਸ ਦਾ ਤਾਂ ਚਿਹਰਾ ਹੀ ਬਦਲ ਜਾਵੇਗਾ। ਤਾਂ ਪਹਿਲਾਂ ਤਾਂ ਖੁਸ਼ੀ ਦੀ ਗੱਲ ਦੇਣੀ ਹੈ। ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਬਾਪ ਜਾਣਦੇ ਹਨ ਯਾਦ ਦੀ ਯਾਤਰਾ ਵਿੱਚ ਬੱਚੇ ਬਹੁਤ ਢਿੱਲੇ ਹਨ। ਬਾਪ ਨੂੰ ਯਾਦ ਕਰਨ ਦੀ ਮਿਹਨਤ ਕਰਨੀ ਹੈ। ਉਸ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਇਹ ਵੀ ਖੇਲ ਬਣਿਆ ਹੈ ਨਾ। ਤਾਂ ਬਾਪ ਬੈਠ ਸਮਝਾਉਂਦੇ ਹਨ ਕਿ ਇਹ ਬਣਿਆ ਬਣਾਇਆ ਖੇਲ ਹੈ। ਦੁਨੀਆ ਦੇ ਮਨੁੱਖ, ਬਾਬਾ ਕਹਿੰਦੇ, ਰਿੰਚਕ ਵੀ ਮਾਨਾ ਥੋੜਾ ਜਿਹਾ ਵੀ ਨਹੀਂ ਜਾਣਦੇ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ ਬੱਚਿਆਂ ਨੂੰ। ਮਿੱਠੇ ਸਿੱਕੇ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ ਬਹੁਤ ਪਿਆਰ ਨਾਲ ਬੈਠ ਕੇ ਰੂਹਾਨੀ ਬਾਪ ਨੂੰ ਯਾਦ ਕਰਨਾ ਹੈ। ਯਾਦ ਵਿੱਚ ਪ੍ਰੇਮ ਦੇ ਹੰਝੂ ਆ ਜਾਣ ਤਾਂ ਉਹ ਹੰਝੂ, ਬਾਬਾ ਕਹਿ ਰਹੇ, ਵਿਜੇ ਮਾਲਾ ਦਾ ਦਾਣਾ ਬਣ ਜਾਣਗੇ। ਆਪਣਾ ਸਮਾਂ ਭਵਿੱਖ ਪਰਾਲਬਧ ਬਣਾਉਣ ਵਿੱਚ ਸਫਲ ਕਰਨਾ ਹੈ। ਦੂਸਰਾ ਹੈ ਅੰਤਰਮੁਖੀ ਹੋ, ਸਾਰਿਆਂ ਨੂੰ ਅਲਫ ਦੀ ਪਛਾਣ ਦੇਣੀ ਹੈ। ਮਨਾ ਬਾਬਾ ਦੀ ਪਛਾਣ ਦੇਣੀ ਹੈ। ਜ਼ਿਆਦਾ ਤਿਕ ਨਹੀਂ ਕਰਨੀ ਹੈ। ਇੱਕ ਹੀ ਫੁਰਨਾ ਮਨਾ ਚਿੰਤਾ ਖਿਆਲ ਰਹੇ ਕਿ ਏਦਾਂ ਦਾ ਕੋਈ ਕੰਮ ਨਾ ਹੋਵੇ ਜਿਸ ਦੀ ਸਜ਼ਾ ਖਾਣੀ ਪਵੇ। ਫਿਰ ਬਾਬਾ ਨੇ ਵਰਦਾਨ ਦਿੱਤਾ, ਸ਼ੁਭ ਭਾਵਨਾ ਨਾਲ ਸੇਵਾ ਕਰਨ ਵਾਲੇ ਬਾਪ ਸਮਾਨ ਅਪਕਾਰੀਆਂ ਉੱਤੇ ਵੀ ਉਪਕਾਰੀ ਭਵ। ਵਿਸਤਾਰ ਹੈ, ਜਿਵੇਂ ਬਾਪ ਅਪਕਾਰੀਆਂ ਤੇ ਵੀ ਉਪਕਾਰ ਕਰਦੇ ਹਨ, ਏਦਾਂ ਹੀ ਤੁਹਾਡੇ ਸਾਹਮਣੇ ਕਿੱਦਾਂ ਦੀ ਵੀ ਆਤਮਾ ਹੋਵੇ, ਪਰੰਤੂ ਆਪਣੇ ਰਹਿਮ ਦੀ ਵ੍ਰਿਤੀ ਦੁਆਰਾ ਸ਼ੁਭ ਭਾਵਨਾ ਨਾਲ ਉਸ ਨੂੰ ਵੀ ਪਰਿਵਰਤਨ ਕਰ ਦੋ। ਇਹ ਹੈ ਸੱਚੀ ਸੇਵਾ। ਜਿਵੇਂ ਸਾਇੰਸ ਵਾਲੇ ਰੇਤ ਵਿੱਚ ਵੀ ਖੇਤੀ ਪੈਦਾ ਕਰ ਦਿੰਦੇ, ਏਦਾਂ ਸ਼ਾਂਤੀ ਦੀ ਸ਼ਕਤੀ ਨਾਲ ਰਹਿਮ ਦਿਲ ਬਣ ਅਪਕਾਰੀਆਂ ਉੱਤੇ ਵੀ ਉਪਕਾਰ ਕਰ ਧਰਤੀ ਨੂੰ ਪਰਿਵਰਤਨ ਕਰੋ। ਖੁਦ ਦਾ ਪਰਿਵਰਤਨ ਨਾਲ, ਸ਼ੁਭ ਭਾਵਨਾ ਨਾਲ ਕਿੱਦਾਂ ਦੀ ਵੀ ਆਤਮਾ ਪਰਿਵਰਤਨ ਹੋ ਜਾਵੇਗੀ, ਕਿਉਂਕਿ ਸ਼ੁਭ ਭਾਵਨਾ ਸਫਲਤਾ ਜ਼ਰੂਰ ਪ੍ਰਾਪਤ ਕਰਾਉਂਦੀ ਹੈ। ਸਲੋਗਨ ਹੈ, ਗਿਆਨ ਦਾ ਸਿਮਰਨ ਕਰਨਾ ਹੀ ਸਦਾ ਹਰਸ਼ਿਤ ਰਹਿਣ ਦਾ, ਮਨਾ ਖੁਸ਼ ਰਹਿਣ ਦਾ ਆਧਾਰ ਹੈ। ਅੱਛਾ, ਓਮ ਸ਼ਾਂਤੀ।